Morning students, today we will discuss about basic principles of democracy. अपना ਲੈਸਨ ਚੱਲ ਰਿਹਾ ਡੈਮੋਕ੍ਰੇਸੀ ਲੋਕਤੰਤਰ ਤੇ ਉਹਦੇ ਬੇਸਿਕ ਪ੍ਰਿੰਸੀਪਲ ਆ ਜਿਹੜੇ ਮੁੱਖ ਸਿਧਾਂਤ ਆ ਜਿਹੜੇ ਉਹਨਾਂ ਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਜੋ ਡੈਮੋਕ੍ਰੇਸੀ ਉਹਦੇ ਵਿੱਚ ਹੁੰਦਾ ਕੀ ਹੈ, ਐਕਚੁਅਲ ਪਾਵਰ ਲਾਈਜ਼ ਇਨ ਹੈਂਡਸ ਆਫ ਪੀਪਲ, ਲੋਕਾਂ ਦੇ ਹੱਥਾਂ ਦੇ ਵਿੱਚ ਹੁੰਦੀ ਆ ਐਕਚੁਅਲ ਪਾਵਰ। ਜਿਵੇਂ ਆਪਾਂ ਇਬਰਾਹਿਮ ਲਿੰਕਨ ਦੀ ਡੈਫੀਨੇਸ਼ਨ ਵੀ ਪੜ੍ਹੀ ਸੀ, ਅ ਫਾਰਮ ਆਫ ਗਵਰਨਮੈਂਟ ਬਾਈ ਦਾ ਪੀਪਲ ਫॉर ਦਾ ਪੀਪਲ ਐਂਡ ਆਫ ਦਾ ਪੀਪਲ। ਆਫਟਰ ਦਾ ਸੈਕਿੰਡ ਵਰਲਡ ਵਾਰ ਲਾਰਜ ਨੰਬਰ ਆਫ ਕੰਟਰੀਜ਼ ਬਿਕੇਮ ਫਰੀ ਫਰੋਮ ਫੋਰਨ ਰੂਲ। ਸੈਕਿੰਡ ਵਰਲਡ ਵਾਰ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਕੰਟਰੀ ਸੀ ਜਿਨ੍ਹਾਂ ਨੇ ਫੋਰਨ ਰੂਲ ਤੋਂ, ਵਿਦੇਸ਼ੀਆਂ ਦੇ ਰੂਲ ਤੋਂ ਫਰੀडम ਪ੍ਰਾਪਤ ਕਰ ਲਈ ਸੀ। ਮੋਸਟ ਆਫ ਦਾ ਕੰਟਰੀਜ਼ ਅਡੋਪਟ ਆ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ, ਤੇ ਬਹੁਤ ਸਾਰੇ ਦੇਸ਼ਾਂ ਨੇ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਨੂੰ ਅਪਣਾ ਲਿਆ ਸੀ, ਲੋਕਤੰਤਰ ਨੂੰ ਅਪਣਾ ਲਿਆ ਸੀ। ਇਹਦੇ ਵਿੱਚ ਸਭ ਤੋਂ ਪਹਿਲੀ ਜੋ ਆਪਣੇ ਕੋਲੇ ਫੀਚਰ ਆਉਂਦੀ ਹੈ, ਪ੍ਰਿੰਸੀਪਲ ਆਉਂਦਾ ਹੈ, ਉਹ ਹੈਗਾ ਇਕੁਐਲਿਟੀ। ਇਕੁਐਲਿਟੀ ਦਾ ਮਤਲਬ ਹੁੰਦਾ ਹੈ ਸਮਾਨਤਾ। ਕੀ ਫੀਚਰ ਆ ਇਹ ਡੈਮੋਕ੍ਰੇਸੀ ਦਾ? ਸਭ ਤੋਂ ਇੰਪੋਰਟੈਂਟ ਫੀਚਰ ਆ ਆਲ ਪੀਪਲ ਆਰ ਇਕੁਅਲ ਬਿਫੋਰ ਲਾਅ, ਸਾਰੇ ਲੋਕ ਕਾਨੂੰਨ ਦੇ ਸਾਹਮਣੇ ਸਮਾਨ ਹਨ। ਨੋ ਡਿਸਕ੍ਰਿਮੀਨੇਸ਼ਨ ਇਜ਼ ਮੇਡ ਔਨ ਦਾ ਬੇਸ ਆਫ ਕਾਸਟ, ਕਰੀਡ, ਰੇਸ, ਰਿਲੀਜਨ, ਸੈਕਸ ਐਕਸੈਟਰਾ। ਕਿਸੇ ਵੀ ਵਸਨੀਕ ਦੇ ਨਾਲ ਕੋਈ ਵੀ ਭੇਦਭਾਵ, ਡਿਸਕ੍ਰਿਮੀਨੇਸ਼ਨ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਕਿਸੇ ਵੀ ਆਧਾਰ 'ਤੇ, ਜਾਤ ਦੇ ਜਾਂ ਨਸਲ ਦੇ ਆਧਾਰ 'ਤੇ ਜਾਂ ਸ਼੍ਰੇਣੀ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਕਿਸੇ ਦੇ ਨਾਲ ਨਹੀਂ ਕੀਤਾ ਜਾਂਦਾ। ਇਨ ਇੰਡੀਆ ਵੀ ਹੈਵ ਰਾਈਟ ਟੂ ਇਕੁਐਲਿਟੀ। Political equality is given through universal adult franchise according to which all adult citizens given right to vote। ਕਹਿੰਦੇ ਇੰਡੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੁਐਲਿਟੀ ਦਾ ਅਧਿਕਾਰ ਹੈਗਾ ਏ, ਤੇ ਜੋ ਰਾਜਨੀਤਿਕ ਇਕੁਐਲਿਟੀ ਆ ਉਹ ਸਾਨੂੰ ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਥਰੂ ਦਿੱਤੀ ਗਈ ਆ। ਆਪਾਂ ਅੱਗੇ ਯੂਨੀਵਰਸਲ ਅਡਲਟ ਫਰੈਂਚਾਈਜ਼ ਨੂੰ ਡਿਟੇਲ ਨਾਲ ਪੜਾਂਗੇ। ਸੈਕਿੰਡ 'ਤੇ ਆਪਣੇ ਕੋਲ ਜੋ ਪ੍ਰਿੰਸੀਪਲ ਆਉਂਦਾ ਏ ਉਹ ਹੈਗਾ ਏ ਫਰੀडम। ਫਰੀडम ਮਤਲਬ ਸੁਤੰਤਰਤਾ, ਆਜ਼ਾਦੀ। ਇੰਡੀਪੈਂਡੈਂਸ ਤੋਂ ਬਾਅਦ ਸਾਨੂੰ ਫਰੀडम ਮਿਲੀ ਹੈ। ਕਾਹਦੀ ਫਰੀडम ਮਿਲੀ ਹੈ ਸਾਨੂੰ? ਸਿਟੀਜ਼ਨ ਨੂੰ ਬਹੁਤ ਸਾਰੀਆਂ ਜੋ ਸੁਤੰਤਰਤਾਵਾਂ ਮਿਲੀਆਂ, ਜਿਵੇਂ ਫਰੀडम ਆਫ ਸਪੀਚ, ਭਾਸ਼ਣ ਦੇਣ ਦੀ ਸੁਤੰਤਰਤਾ, ਐਕਸਪ੍ਰੈਸ਼ਨ ਜੋ ਆਪਦੇ ਵਿਚਾਰ ਆ ਉਹਨਾਂ ਨੂੰ ਜਿਹੜਾ ਹੈਗਾ ਪੇਸ਼ ਕਰਨ ਦੀ ਸੁਤੰਤਰਤਾ, ਥੋਟ, ਕੋਈ ਵੀ ਵਿਚਾਰ ਵਗੈਰਾ ਏ ਜਿਹੜੇ ਨਵੇਂ ਸੋਚਣ ਦੀ, ਔਰਗਨਾਈਜ਼ ਨਵੀਆਂ ਮੀਟਿੰਗ ਔਰਗਨਾਈਜ਼ ਕਰਨ ਦੀ, ਹੋਲਡ ਰੈਲੀਆਂ ਵਗੈਰਾ ਕਰਨ ਦੀ ਵੀ ਪੂਰੀ ਸੁਤੰਤਰਤਾ ਏ। ਜਾਂ ਕੋਈ ਵੀ ਪਬਲਿਕ ਇਸ਼ੂ ਹੋ ਜੇ ਤਾਂ ਉਹਦੇ ਵਿੱਚ ਕੰਪੈਰੀਜ਼ਨ ਮਤਲਬ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਦਿੱਤੀ ਗਈ ਆ ਆਪਾਂ ਨੂੰ, ਜੋ ਗਵਰਨਮੈਂਟ ਦੇ ਦੁਆਰਾ, ਕੌਂਸਟੀਟਿਊਸ਼ਨ ਦੇ ਦੁਆਰਾ ਦਿੱਤੀ ਗਈ ਹੈ ਇਹ ਵਾਲੀਆਂ ਸੁਤੰਤਰਤਾਵਾਂ। ਤਾਂ ਜੋ ਵੀ ਲੋਕ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਸਿਟੀਜ਼ਨ ਨੂੰ ਕਿਤੇ ਵੀ ਆਪਦੀ ਮਰਜ਼ੀ ਦੇ ਨਾਲ ਉਹ ਆ ਜਾ ਸਕਦੇ ਆ, ਕਿਸੇ ਵੀ ਧਰਮ ਨੂੰ ਮੰਨ ਸਕਦੇ ਆ, ਆਪਦੇ ਵਿਚਾਰ ਪੇਸ਼ ਕਰ ਸਕਦੇ ਆ, ਕੋਈ ਵੀ ਕਿੱਤਾ ਅਪਣਾ ਸਕਦੇ ਆ, ਕਿਸੇ ਵੀ ਕਿੱਤੇ ਨੂੰ ਅਪਣਾਉਣ ਦੀ ਸੁਤੰਤਰਤਾ ਹੈਗੀ ਹੈ। ਇਹ ਨਹੀਂ ਵੀ ਇਸ ਸਪੈਸੀਫਿਕ ਜਾਤ ਵਾਲੇ ਨੇ, ਮੰਨ ਲਓ ਜੇ ਕੋਈ ਹਿੰਦੂ ਆ ਤਾਂ ਉਹਨੇ ਇਹ ਵਾਲਾ ਕਿੱਤਾ ਹੀ ਕਰਨਾ, ਜੇ ਕੋਈ ਸਿੱਖ ਆ ਤਾਂ ਉਹਨੇ ਕੋਈ ਖਾਸ ਕਿੱਤਾ ਹੀ ਕਰਨਾ। ਨੋ, ਲੋਕ ਆਪਦੀ ਐਬਿਲਿਟੀ ਦੇ ਅਕੋਰਡਿੰਗ, ਆਪਦੀ ਜਿਹੜੀ ਹੈਗੀ ਆ ਯੋਗਤਾ ਦੇ ਅਕੋਰਡਿੰਗ ਉਹਨਾਂ ਨੂੰ ਕਿਸੇ ਵੀ ਕਿੱਤੇ ਨੂੰ, ਕਿਸੇ ਵੀ ਆਕੂਪੇਸ਼ਨ ਨੂੰ ਅਪਣਾਉਣ ਦੀ ਪੂਰੀ ਸੁਤੰਤਰਤਾ ਦਿੱਤੀ ਗਈ ਆ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਯੂਨੀਵਰਸਲ ਅਡਲਟ ਫਰੈਂਚਾਈਜ਼। ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਮਤਲਬ ਕੀ ਹੈ? ਆਲ ਅਡਲਟਸ ਇਨ ਦਾ ਕੰਟਰੀ ਅਲਾਊਡ ਟੂ ਵੋਟ। ਜਿੰਨੇ ਵੀ ਅਡਲਟ ਆ ਕੰਟਰੀ ਦੇ ਵਿੱਚ, ਮਤਲਬ ਕਿ ਅਡਲਟ 18 ਸਾਲ ਤੱਕ ਜਿਹੜਾ ਬੱਚਾ ਅਡਲਟ ਹੋ ਜਾਂਦਾ ਹੈ, ਜਿੰਨੇ ਵੀ ਅਡਲਟ ਆ ਦੇਸ਼ ਦੇ ਵਿੱਚ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਊਗਾ। ਨਾਓ ਨੋ ਗਵਰਨਮੈਂਟ ਕੈਨ ਕਲੇਮ ਇਟਸੈਲਫ ਟੂ ਬੀ ਅ ਡੈਮੋਕ੍ਰੈਟਿਕ ਗਵਰਨਮੈਂਟ ਵਿਦਾਊਟ ਅਲਾਉਇੰਗ ਆਲ ਅਡਲਟ ਟੂ ਵੋਟ। ਕਿਸੇ ਵੀ ਦੇਸ਼ ਦੀ ਗਵਰਨਮੈਂਟ ਉਹਨਾਂ ਟਾਈਮ ਡੈਮੋਕ੍ਰੈਟਿਕ ਨਹੀਂ ਹੋ ਸਕਦੀ, ਲੋਕਤੰਤਰੀ ਨਹੀਂ ਹੋ ਸਕਦੀ, ਜਿੰਨਾ ਟਾਈਮ ਉਹ ਇੱਥੋਂ ਦੇ ਸਿਟੀਜ਼ਨ ਨੂੰ, ਇੱਥੋਂ ਦੇ ਅਡਲਟ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੰਦੀ। ਡਿਊਰਿੰਗ ਦਾ ਅਰਲੀ ਟਾਈਮਸ ਓਨਲੀ ਮੈਨ who had attained level of property and education were allowed to vote by the government। ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਇਹੀ ਹੁੰਦਾ ਸੀ ਕਿ ਉਹ ਬੰਦੇ, ਸਿਰਫ ਆਦਮੀ, ਮੇਲ ਪਰਸਨ, ਉਹੀ ਆਦਮੀ ਜਿਨ੍ਹਾਂ ਕੋਲ ਪ੍ਰੋਪਰਟੀ ਹੁੰਦੀ ਸੀ, ਪੈਸਾ ਹੁੰਦਾ ਸੀ, ਜਾਂ ਜਿਹੜੇ ਪੜ੍ਹੇ ਲਿਖੇ ਹੁੰਦੇ ਸੀ, ਉਹੀ ਵੋਟ ਦਾ ਅਧਿਕਾਰ ਵੋਟ ਪਾ ਸਕਦੇ ਹੁੰਦੇ ਸੀ। ਉਹਨਾਂ ਨੂੰ ਸਿਰਫ ਉਹਨਾਂ ਨੂੰ ਹੀ ਵੋਟ ਦਾ ਅਧਿਕਾਰ
ਹੁੰਦਾ ਸੀਗਾ। ਇਟ ਵਾਜ਼ ਕਾਲਡ ਮੈਨਹੁੱਡ ਸਫਰੇਜ, ਤੇ ਇਹਨੂੰ ਮੈਨਹੁੱਡ ਸਫਰੇਜ ਕਿਹਾ ਜਾਂਦਾ ਸੀਗਾ ਇਸ ਪ੍ਰਥਾ ਨੂੰ ਵੀ ਸਿਰਫ ਆਦਮੀ ਹੀ ਵੋਟਾਂ ਪਾ ਸਕਦੇ ਸੀ। ਦੈਟ ਮੀਨਸ the woman, the poor and uneducated person ਹੈ not allowed to vote। ਇਹਦਾ ਮਤਲਬ ਕੀ ਸੀਗਾ ਮੈਨਹੁੱਡ ਸਫਰੇਜ ਦਾ ਮਤਲਬ ਕਿ ਵੋਮੈਨ ਔਰਤਾਂ, ਪੂਅਰ ਆਦਮੀ ਗਰੀਬ ਆਦਮੀ, ਤੇ ਨਾਲ ਅਨਐਜੂਕੇਟਡ ਪੀਪਲ ਜਿਹੜੇ ਪੜ੍ਹੇ ਲਿਖੇ ਨਹੀਂ ਹੁੰਦੇ ਸੀ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ ਸੀ। ਸਿਰਫ ਆਦਮੀਆਂ ਨੂੰ ਜੋ ਪੈਸੇ ਵਾਲੇ ਹੁੰਦੇ ਸੀ ਤੇ ਜਿਹੜੇ ਕਿ ਪੜ੍ਹੇ ਲਿਖੇ ਹੁੰਦੇ ਸੀ ਉਹਨਾਂ ਨੂੰ ਹੀ ਵੋਟ ਦਾ ਅਧਿਕਾਰ ਹੁੰਦਾ ਸੀ ਅਰਲੀਅਰ ਟਾਈਮ ਦੇ ਵਿੱਚ, ਪਹਿਲਾਂ ਵਾਲੇ ਟਾਈਮ ਦੇ ਵਿੱਚ। ਇਨ ਇੰਡੀਆ ਵੋਟਿੰਗ ਏਜ ਇਜ਼ 18 ਈਅਰ। ਇੰਡੀਆ ਦੇ ਵਿੱਚ ਵੋਟਿੰਗ ਏਜ ਕਿੰਨੀ ਆ? 18 ਸਾਲ। 18 ਸਾਲ ਦਾ ਜਦੋਂ ਜਿਹੜਾ ਬੱਚਾ ਹੋ ਜਾਂਦਾ ਹੈ, ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਹੈ, ਭਾਵੇਂ ਉਹ ਪੜ੍ਹਿਆ ਲਿਖਿਆ ਭਾਵੇਂ ਉਹ ਅਨਪੜ੍ਹ, ਉਸ ਨੂੰ ਜਿਹੜਾ ਹੈਗਾ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ। ਦੈਟ ਇਜ਼ ਆਲ ਸਿਟੀਜ਼ਨ ਆਫ ਇੰਡੀਆ ਹੂ ਹੈਵ ਅਟੇਨਡ the age of 18 year or above can vote। ਕਹਿੰਦੇ ਵੀ ਜੋ ਵੀ ਇੰਡੀਆ ਦੇ ਵਿੱਚ ਲੋਕ ਹੈ ਜਿਹੜੇ ਕਿ 18 ਸਾਲ ਦੀ ਉਮਰ ਨੂੰ ਪੂਰਾ ਕਰ ਚੁੱਕੇ ਆ ਜਾਂ ਇਸ ਤੋਂ ਵੱਧ ਵੀ ਉਮਰ ਦੇ ਹੈਗੇ ਆ, ਕੈਨ ਵੋਟ, ਉਹ ਵੋਟ ਪਾ ਸਕਦੇ ਆ। ਵੈਦਰ ਦੇ ਆਰ ਮੈਨ ਔਰ ਵੂਮੈਨ, ਰਿਚ ਔਰ ਪੂਅਰ, ਐਜੂਕੇਟਡ ਔਰ ਅਨਐਜੂਕੇਟਡ, ਭਾਵੇਂ ਉਹ ਆਦਮੀ ਆ ਜਾਂ ਔਰਤ ਆ, ਅਮੀਰ ਆ ਜਾਂ ਗਰੀਬ ਆ, ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹ ਆ, ਜਦੋਂ ਉਹ 18 ਸਾਲ ਦਾ ਹੋ ਗਿਆ ਤਾਂ ਉਸ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਊਗਾ। ਇਹ ਯੂਨੀਵਰਸਲ ਅਡਲਟ ਫਰੈਂਚਾਈਜ਼ ਕਹਾਉਂਦਾ, ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਬਾਲਗ ਮਤ ਅਧਿਕਾਰ, ਵੀ ਬਾਲਗ ਨੂੰ ਵੋਟ ਦਾ ਅਧਿਕਾਰ, ਮਤ ਦਾ ਅਧਿਕਾਰ ਦਿੱਤਾ ਜਾਣਾ, ਤਾਂ ਇਸ ਨੂੰ ਅਸੀਂ ਯੂਨੀਵਰਸਲ ਅਡਲਟ ਫਰੈਂਚਾਈਜ਼ ਕਹਿ ਦਿੰਦੇ ਆ। ਇਹ ਬਹੁਤ ਹੀ ਇਸੈਂਸ਼ੀਅਲ ਜ਼ਰੂਰੀ ਫੀਚਰ ਹੈ ਇੱਕ ਡੈਮੋਕ੍ਰੇਸੀ ਦੀ। ਤੁਸੀਂ ਦੇਖਿਆ ਹੋਊਗਾ ਜਦੋਂ ਤੁਸੀਂ ਕਿਤੇ ਵੀ ਮਤਲਬ ਕਿ ਵੋਟਾਂ ਪੈਂਦੀਆਂ ਏ ਤਾਂ ਉੱਥੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਤੇ ਅਨਪੜ੍ਹ ਵੀ ਜਾਂਦੇ ਆ, ਉੱਥੇ ਗਰੀਬ ਲੋਕ ਵੀ ਖੜ੍ਹੇ ਹੁੰਦੇ ਆ, ਅਮੀਰ ਲੋਕ ਵੀ ਖੜ੍ਹੇ ਹੁੰਦੇ ਆ, ਉੱਥੇ ਆਦਮੀ ਵੀ ਹੁੰਦੇ ਆ ਤੇ ਔਰਤਾਂ ਵੀ ਹੁੰਦੀਆਂ। ਸੋ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ ਇੰਡੀਆ ਦੇ ਵਿੱਚ। ਇਹਨੂੰ ਅਸੀਂ ਯੂਨੀਵਰਸਲ ਅਡਲਟ ਫਰੈਂਚਾਈਜ਼ ਕਹਿੰਦੇ ਹਾਂ। ਅੱਜ ਆਪਾਂ ਬੇਟੇ 3 ਜੋ ਪ੍ਰਿੰਸੀਪਲ ਹੈ ਡੈਮੋਕ੍ਰੇਸੀ ਦੇ ਉਹਨਾਂ ਬਾਰੇ ਪੜ੍ਹਿਆ ਹੈ। ਇਕੁਐਲਿਟੀ, ਸਮਾਨਤਾ, ਸਾਰੇ ਸਮਾਨ ਆ ਕਾਨੂੰਨ ਦੇ ਸਾਹਮਣੇ। ਫਰੀਡਮ, ਆਜ਼ਾਦੀ, ਸਾਰਿਆਂ ਨੂੰ ਆਜ਼ਾਦੀ ਦਿੱਤੀ ਗਈ ਆ ਆਉਣ ਜਾਣ ਦੀ, ਸੋਚਣ ਦੀ, ਕੰਮ ਕਰਨ ਦੀ। ਤੇ ਯੂਨੀਵਰਸਲ ਅਡਲਟ ਫਰੈਂਚਾਈਜ਼, ਬਾਲਗ ਮਤ ਅਧਿਕਾਰ, ਵੀ ਸਾਰੇ ਲੋਕ ਜਿਹੜੇ 18 ਸਾਲ ਤੋਂ ਉੱਪਰ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ ਬਾਏ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਥੈਂਕਸ।